ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ ਲੈ ਕੇ ਹਾਜ਼ਰ ਹਾਂ ਹਰਿਆਣਾ ਦੀਆਂ ਤਾਜ਼ਾ ਅਤੇ ਵੱਡੀਆਂ ਖਬਰਾਂ। ਗਵਾਂਢੀ ਸੂਬੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਹਰਿਆਣਾ ਦੇ ਵਿੱਚ ਵੀ ਸਿਆਸਤ ਗਰਮਾਉਂਦੀ ਹੋਈ ਦਿਖਾਈ ਦੇ ਰਹੀ ਆ। ਸੀਐਮ ਨਾਇਬ ਸੈਣੀ ਦੇ ਵੱਲੋਂ ਅੱਜ ਜੋ ਬਿਆਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤਾ ਗਿਆ ਤੇ ਉਸ ਦੇ ਉੱਪਰ ਟਿੱਪਣੀ ਕੀਤੀ ਗਈ ਆ ਤਾਂ ਸੀਐਮ ਨਾਇਬ ਸੈਣੀ ਦੇ ਵੱਲੋਂ ਮੌਜੂਦਾ ਐਮਪੀ ਚੰਨੀ ਹੋਰਾਂ ਦੇ ਬਿਆਨ ਨੂੰ ਸਹੀ ਦੱਸਿਆ ਗਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਪਰਿਵਾਰਵਾਦ ਹੈਗਾ ਤੇ ਅਜਿਹੇ ਦੇ ਵਿੱਚ ਬੀਜੇਪੀ ਦੇ ਵਿੱਚ ਅਜਿਹਾ ਕੁਝ ਨਹੀਂ ਹੈ। ਤਾਂ ਉਹਨਾਂ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਦੇ ਵਿੱਚ ਕੋਈ ਵੀ ਲੀਡਰ ਗਰਾਊਂਡ ਤੋਂ ਉੱਠ ਕੇ ਅੱਜ ਪ੍ਰਧਾਨ ਵੀ ਬਣ ਸਕਦਾ ਹੈਗਾ, ਪਰ ਜਦੋਂ ਕਿ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਪਰਿਵਾਰਵਾਦ ਪਾਰੂ ਆ। ਤਾਂ ਸਿੱਧੇ ਤੌਰ ਤੇ ਕਾਂਗਰਸ ਨੂੰ ਘੇਰਿਆ ਗਿਆ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨ ਤੇ ਆਧਾਰ ਤੇ ਕਾਂਗਰਸ ਦੇ ਉੱਪਰ ਨਿਸ਼ਾਨੇ लगाए गए ने। ਤਾਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਸੁਣਾਉਣੇ ਆ। आपका भी मुद्दा है। पंजाब के पूर्व मुख्यमंत्री चरणजीत सिंह चन्नी का कहना है अपनी ही पार्टी को लेकर कि उनकी पार्टी में अपर कास्ट वालों को तवज्जो दी जाती है, पिछड़े वर्ग को जो है देखा किया जाता है। कांग्रेस पार्टी पर अपनी पार्टी पर आरोप लगाया है। चन्नी साहब ने ठीक कहा है, उनका ठीक ही तो कहना है कि गांधी परिवार से बाहर नहीं सोच सकते, कुछ भी नहीं सोच सकते। एक ही परिवार के प्रति सोच सकते हैं। चन्नी साहब ने ठीक कहा है कि कांग्रेस में आम व्यक्ति का तो कहीं भविष्य नहीं है। वहाँ तो टोले हैं, छोटे छोटे टोलियाँ, और उन टोलियाँ के ये वो उनका भविष्य युवाओं का कहाँ। उन टोलियों के पीछे वो लगे रहते हैं। एक व्यक्ति है, व्यक्ति के पीछे युवा खड़ा रहता है और वो अपना स्वार्थ सिद्धि पूरी करता है, उनका भविष्य अंधकार में होता है। भारतीय जनता पार्टी एक संगठनात्मक पार्टी है और संगठन के अंदर रहते हुए कोई भी कार्यकर्ता कहीं पर काम करता है तो उसके काम की गिनती होती है और उसके काम को देखा जाता है और उसको सम्मान भी दिया जाता है। नहीं, कल तो हमने तो नहीं। नहीं, सारी प्रक्रिया चली है। कल आपके सामने है, नॉमिनेशन हुआ, पूरी कमेटी बनी थी। डॉक्टर के लक्ष्मण जी हमारे जो ओबीसी मोर्चा। ਉਧਰ ਪੀਐਮ ਮੋਦੀ ਦੇ ਵੱਲੋਂ ਬੀਜੇਪੀ ਦੇ ਨਵੇਂ ਬਣੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਵਧਾਈ ਦਿੱਤੀ ਗਈ ਆ। ਉਹਨਾਂ ਨੇ ਬੋਲਦਿਆਂ ਕਿਹਾ ਕਿ ਬੇਸ਼ੱਕ ਮੈਂ ਪ੍ਰਧਾਨ ਮੰਤਰੀ ਆ ਪਰ ਨਿਤਿਨ ਨਬੀਨ ਮੇਰੇ ਵੀ ਬੌਸ ਨੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਵੀ ਕਾਂਗਰਸ ਤੇ ਨਿਸ਼ਾਨੇ ਲਗਾਏ ਗਏ ਨੇ। ਤਾਂ ਉਹਨਾਂ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਦੇ ਵਿੱਚ ਹੀ ਅਜਿਹਾ ਹੋ ਸਕਦਾ ਕਿ ਕੋਈ ਗਰਾਊਂਡ ਤੋਂ ਉੱਠ ਕੇ ਇਸ ਅਹੁਦੇ ਤੱਕ ਪਹੁੰਚ ਸਕਦਾ। ਤੇ ਇਸ ਮੌਕੇ ਪੀਐਮ ਮੋਦੀ ਦੇ ਵੱਲੋਂ ਬੀਜੇਪੀ ਦੇ ਨਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਹੋਰਾਂ ਨੂੰ ਵਧਾਈ ਦਿੱਤੀ ਗਈ ਆ। ਗੌਰਤਲਬ ਹੈ ਕਿ ਕੱਲ ਚੋਣਾਂ ਹੋਈਆਂ ਸਨ, ਹਾਲਾਂਕਿ ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਹੋਰ ਕੈਂਡੀਡੇਟ ਨਹੀਂ ਸੀਗਾ। ਤਾਂ ਸਿੱਧੇ ਤੌਰ ਤੇ ਨਿਤਿਨ ਨਬੀਨ ਜਿਹੜੇ ਆ ਉਹ ਬੀਜੇਪੀ ਦੇ ਕੌਮੀ ਪ੍ਰਧਾਨ ਬਣਾਏ ਗਏ। ਇਸ ਤੋਂ ਪਹਿਲਾਂ ਜੇਪੀ ਨੱਡਾ ਬੀਜੇਪੀ ਦੇ ਕੌਮੀ ਪ੍ਰਧਾਨ ਸੀਗੇ, ਪਰ ਹੁਣ ਮੌਜੂਦਾ ਗੱਲ ਕੀਤੀ ਜਾਵੇ ਤਾਂ ਨਿਤਿਨ ਨਬੀਨ ਜਿਹੜੇ ਸਭ ਤੋਂ ਹੁਣ ਤੱਕ ਦੇ ਯੰਗ ਬੀਜੇਪੀ ਦੇ ਕੌਮੀ ਪ੍ਰਧਾਨ ਬਣਾਏ ਗਏ ਨੇ। ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਸਟੇਜ ਤੇ ਇੱਕ ਪਾਸੇ ਪੀਐਮ ਮੋਦੀ, ਨਿਤਿਨ ਨਬੀਨ, ਸਾਬਕਾ ਕੌਮੀ ਪ੍ਰਧਾਨ ਜੇਪੀ ਨੱਡਾ, ਰਾਜਨਾਥ ਸਿੰਘ, ਤਾਂ ਤਮਾਮ ਜਿਹੜੀ ਬੀਜੇਪੀ ਦੀ ਵੱਡੀ ਲੀਡਰਸ਼ਿਪ ਹੈਗੀ ਆ ਉਹ ਸਟੇਜ ਤੇ ਮੌਜੂਦ ਸੀਗੀ। ਤੇ ਇਸ ਮੌਕੇ ਪੀਐਮ ਮੋਦੀ ਅਤੇ ਨਿਤਿਨ ਨਬੀਨ ਹੋਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਸੁਣਾਉਣੇ ਆ। भाजपा एक ऐसी पार्टी है जहां लोगों को लगता होगा कि नरेंद्र मोदी देश के प्रधानमंत्री है, तीसरी बार प्रधानमंत्री बने, 50 साल की छोटी आयु में मुख्यमंत्री बन गए, 25 साल से लगातार हेड ऑफ द गवर्नमेंट रहे हैं। ये सब अपनी जगह पे हैं, लेकिन इन सबसे भी बड़ी चीज मेरे जीवन में है, मैं भारतीय जनता पार्टी का कार्यकर्ता हूं।
ये सबसे बड़ा गर्व है। और जब बात पार्टी के विषयों को आती है, तब माननीय नितिन नवीन जी, मैं एक कार्यकर्ता हूं, वे मेरे बॉस हैं। अब माननीय नितिन नवीन जी हम सभी के अध्यक्ष हैं। ਉਧਰ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਨਿਤਨ ਨਬੀਨ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ। ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਸੁਣਾਉਣੇ ਆ। के कारण यहाँ तक पहुँच पाया हूँ। आज का क्षण मेरे लिए संकल्प का क्षण है। आज सिर्फ एक पद को धारण नहीं कर रहा हूँ, मैं पार्टी के इस विचार को, परंपराओं को, एक राष्ट्रवादी आंदोलन की जिम्मेदारी को स्वीकार कर रहा हूँ। और मैं इस अवसर पर साथ अपने सभी वरिष्ठ कार्यकर्ताओं को भी प्रणाम करता हूँ। साथियों, हम लोगों ने देखा है श्यामा प्रसाद मुखर्जी जी का प्रखर राष्ट्रवाद किस प्रकार से हमारे हर कार्यकर्ताओं के मन में बसा हुआ है। पंडित दीनदयाल जी के उपाध्याय के अंत्योदय और माननीय स्वर्गीय अपने सदैव भारत रत्न अटल बिहारी वाजपेयी जी का सुशासन की राजनीति, आज माननीय प्रधानमंत्री जी उसको आत्मसात करते हुए विकसित भारत की परिकल्पना हम सबके सामने रखी है। और आज 140 करोड़ भारतवासी अपने आप को इस विकसित भारत के सपने के साथ जोड़कर देश को आगे बढ़ाने में लगा है। मैं इसके लिए तहे दिल से माननीय प्रधानमंत्री जी का आभार व्यक्त करता हूँ। ਉਧਰ ਸੀਐਮ ਨਾਇਬ ਸੈਣੀ ਦੇ ਵੱਲੋਂ ਵੀ ਬੀਜੇਪੀ ਦੇ ਨਵੇਂ ਬਣੇ ਕੌਮੀ ਪ੍ਰਧਾਨ ਨਿਤਨ ਨਬੀਨ ਨੂੰ ਵਧਾਈ ਦਿੱਤੀ ਗਈ ਆ। ਤਾਂ ਉਹਨਾਂ ਦੇ ਵੱਲੋਂ ਵੀ ਕਾਂਗਰਸ ਤੇ ਤੰਜ ਕਸੇ ਗਏ ਨੇ। ਤਾਂ ਸੀਐਮ ਨਾਇਬ ਸੈਣੀ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਵਿੱਚ ਪਰਿਵਾਰਵਾਦ ਹੈਗਾ, ਜਦੋਂ ਕਿ ਬੀਜੇਪੀ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਹੋਰਾਂ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਤੇ ਉੱਥੇ ਹੀ ਸੀਐਮ ਨਾਇਬ ਸੈਣੀ ਦੇ ਵੱਲੋਂ ਵੀ ਵਧਾਈ ਦਿੱਤੀ ਗਈ। ਤਾਂ ਸਿੱਧੇ ਤੌਰ ਤੇ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਪਰਿਵਾਰਵਾਦ ਨੂੰ ਲੈ ਕੇ ਅਕਸਰ ਬੀਜੇਪੀ ਦੇ ਵੱਲੋਂ ਕਾਂਗਰਸ ਤੇ ਨਿਸ਼ਾਨੇ ਲਗਾਏ ਜਾਂਦੇ ਨੇ, ਤਾਂ ਅਜਿਹੇ ਦੇ ਵਿੱਚ ਪੀਐਮ ਦੇ ਵੱਲੋਂ ਵੀ ਇਹੀ ਨਿਸ਼ਾਨੇ ਲਗਾਏ ਗਏ ਨੇ। ਤੇ ਦੂਸਰੇ ਪਾਸੇ ਜੇਕਰ ਸੀਐਮ ਨਾਇਬ ਸੈਣੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਕਾਂਗਰਸ ਨੂੰ ਇਸ ਮੁੱਦੇ ਤੇ ਘੇਰਿਆ। ਜੇਕਰ ਨਿਤਨ ਨਬੀਨ ਦੀ ਗੱਲ ਕੀਤੀ ਜਾਵੇ ਤਾਂ ਕੱਲ ਇਹ ਬੀਜੇਪੀ ਦੇ ਕੌਮੀ ਪ੍ਰਧਾਨ ਬਣੇ ਨੇ। ਗੌਰਤਲਬ ਹੈ ਕਿ ਨਿਤਨ ਨਬੀਨ ਜਿਹੜੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਕੌਮੀ ਪ੍ਰਧਾਨ ਨੇ। ਇਸ ਤੋਂ ਪਹਿਲਾਂ ਜੇਪੀ ਨੱਡਾ ਪ੍ਰਧਾਨ ਸੀਗੇ, ਤਾਂ ਕੱਲ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਉਸ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਬੀਜੇਪੀ ਦੇ ਵੱਡੇ ਲੀਡਰ ਜਿਹੜੇ ਉਸ ਸਟੇਜ ਤੇ ਬੈਠੇ ਹੋਏ ਨਜ਼ਰ ਆਏ। ਨਿਤਨ ਗਡਕਰੀ ਤੁਸੀਂ ਵੇਖ ਸਕਦੇ ਹੋ, ਰਾਜਨਾਥ, ਪੀਐਮ ਮੋਦੀ, ਇਸ ਤੋਂ ਇਲਾਵਾ ਜੇਪੀ ਨੱਡਾ, ਤਮਾਮ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈਗੀ ਆ ਉਹ ਸਟੇਜ ਤੇ ਬੈਠੀ ਹੋਈ ਨਜ਼ਰ ਆਈ। ਬਾਕੀ ਜਿਹੜੇ ਤੁਸੀਂ ਵੇਖ ਸਕਦੇ ਹੋ ਕਿ ਲੀਡਰ ਨੇ ਜਿਹੜੇ ਵੱਖ-ਵੱਖ ਸੂਬਿਆਂ ਤੋਂ, ਉਹ ਵੀ ਕਹਿੰਦਾ ਦਿੱਲੀ ਦੇ ਵਿੱਚ ਪਹੁੰਚੇ। ਤਾਂ ਉਹਨਾਂ ਨੂੰ ਕੱਲ ਜੋ ਬੀਜੇਪੀ ਦਾ ਨਵਾਂ ਕੌਮੀ ਪ੍ਰਧਾਨ ਉਹ ਮਿਲਿਆ ਹੈਗਾ। ਤਾਂ ਨਿਤਨ ਨਬੀਨ ਜਿਹੜੇ ਆ ਉਹ ਬੀਜੇਪੀ ਦੇ ਨਵੇਂ ਕੌਮੀ ਪ੍ਰਧਾਨ ਬਣੇ ਨੇ। ਤਾਂ ਅਜਿਹੇ ਦੇ ਵਿੱਚ ਸੀਐਮ ਨਾਇਬ ਸੈਣੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਸੁਣਾਉਣੇ ਆ। नितिन नवीन जी को मैं बहुत बहुत बधाई और शुभकामनाएं देता हूं। युवा चेहरा, नया जोश, नए उत्साह, देश के यशस्वी प्रधानमंत्री आदरणीय मोदी जी के उस विजय रथ को नितिन नवीन जी और तेज गति देने का काम करेंगे, क्योंकि नितिन नवीन जी के पास प्रशासनिक अनुभव भी है, संगठनात्मक अनुभव भी है। नितिन नवीन जी ने अलग अलग पदों पर देश के विभिन्न राज्यों में उन्होंने संगठन को मजबूत करने के लिए निरंतर कार्य किया है। बिहार के अंदर लगातार 5 बार विधायक और बिहार सरकार में मंत्री, प्रशासनिक अनुभव भी नितिन नवीन जी के पास मजबूती से है। उसका लाभ भारतीय जनता पार्टी को मजबूती से मिलेगा। मैं आज नितिन नवीन जी जो भारतीय जनता पार्टी के नवनियुक्त राष्ट्रीय अध्यक्ष बने हैं, मैं उनको बहुत बहुत बधाई और शुभकामनाएं देता हूँ।
प्रधानमंत्री साहब ने कई बड़ी बातें बोली। सीएम साहब ने कहा कि जो राष्ट्रीय अध्यक्ष और जो बोर्ड हैं उनकी हैसियत रखेंगे। इस तरीके बड़ी बातें प्रधानमंत्री ने बोली हैं कि राष्ट्रीय अध्यक्ष को रिपोर्ट करेंगे। नहीं, देखिए, भारतीय जनता पार्टी में अध्यक्षीय प्रणाली है और अध्यक्ष सर्वोपरि होता है। अध्यक्ष के नेतृत्व में पार्टी काम करती है मजबूती से। जिस प्रकार की गाइड माननीय अध्यक्ष जी देंगे, पार्टी मजबूती से उस और गति से बढ़ेगी। और मुझे ये खुशी भी है कि देश के यशस्वी प्रधानमंत्री जी ने एक बड़ी बात अपने वक्तव्य में कही है कि आने वाले समय के अंदर 1 लाख युवाओं को राजनीति के अंदर लाने का काम आदरणीय मोदी जी ने कहा है। साथियों, मैं ये कहना चाहता हूँ, ये भारतीय जनता पार्टी है। एक साधारण परिवार का बालक भी, एक साधारण कार्यकर्ता भी इस पार्टी में ऊंचे से ऊंचा पद प्राप्त कर सकता है। अगर हम कांग्रेस पार्टी या अन्य दल देखें, वहाँ परिवारवाद है। बापू आएगा, फिर बेटा आएगा, बेटे के बाद पोता आ जाएगा, पोते के बाद पड़पोता आ जाएगा। वहाँ तो ये चलता रहता है। परंतु ये भारतीय जनता पार्टी है जिसमें एक साधारण कार्यकर्ता भी ऊंचे से ऊंचे पद पे जा सकता है। नितिन नवीन जी उसका उदाहरण है, आपके सामने है। मैं उनको बहुत बहुत बधाई देता हूँ।